ਜੀ अस्सलाम वालेकुम फ्रेंड, ਤੁਸੀਂ ਵੇਖ ਰਹੇ ਹੋ TS ਨਾਲੀ TV YouTube ਚੈਨਲ। ਮੈਂ ਤੁਹਾਡਾ ਹੋਸਟ ਤਾਰਿਕ ਸੁਲਤਾਨ। ਦੋਸਤੋ, ਇਸ ਲਈ ਅਸੀਂ ਮੌਜੂਦ ਹਾਂ ਵੱਡੇ ਜਹਾਂਗੀਰ ਚੌਰੀ ਕੁਰਬਾਨ ਅਸਰ ਡੇਅਰੀ ਫਾਰਮ ਤੇ। ਸਾਡੇ ਨਾਲ ਇੱਥੋਂ ਦੇ ਓਨਰ ਭਾਈ ਅਸਦ ਵੈਸ ਸਾਹਿਬ ਉਹ ਮੌਜੂਦ ਨੇ। ਇਹ ਪਾਕਿਸਤਾਨ ਡੇਅਰੀ ਫਾਰਮ ਐਸੋਸੀਏਸ਼ਨ ਦੇ ਆਨਲਾਈਨ ਜਿਹੜਾ ਆਲ ਪੰਜਾਬ ਮਿਲਕ ਕੰਪੀਟੀਸ਼ਨ ਹੋ ਰਿਹਾ ਉਸ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ। ਉਸ ਸਿਲਸਿਲੇ ਵਿੱਚ ਅਸੀਂ ਇਹਨਾਂ ਕੋਲ ਪਹੁੰਚੇ ਹਾਂ। ਥੋੜ੍ਹਾ ਜਿਹਾ ਮੈਂ ਜਿਹੜਾ ਵੀ ਸਾਡਾ ਪੁਆਇੰਟ ਹੈ ਉੱਥੇ ਫਾਰਮਰ ਦਾ ਪ੍ਰੈਕਟੀਕਲ ਨੌਲੇਜ ਜਿਹੜਾ ਨਾ ਜੀ ਉਹ ਸਾਰੇ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹਾਂ, ਕਿਉਂਕਿ ਸਾਡੇ ਸਬਸਕ੍ਰਾਈਬਰ ਦੀ ਸਾਡੇ ਦੋਸਤਾਂ ਦੀ ਇਹ ਇੱਕ ਰਿਕੁਐਸਟ ਵੀ ਹੁੰਦੀ ਹੈ, ਉਹਨਾਂ ਦਾ ਇੱਕ ਕੁਐਸਚਨ ਵੀ ਹੁੰਦਾ ਹੈ ਕਿ ਤੁਸੀਂ ਜਿੱਥੇ ਜਾਓ ਫਾਰਮਰਸ ਦਾ ਉਹ ਕਿਸ ਤਰ੍ਹਾਂ ਬਿਜ਼ਨਸ ਨੂੰ ਲੈ ਕੇ ਚੱਲ ਰਿਹਾ ਹੈ, ਫੀਡਿੰਗ ਕੀ ਕਰਵਾ ਰਿਹਾ, ਉਸ ਦਾ ਮਾਡਲ ਕੀ ਹੈ, ਬਰੀਡਿੰਗ ਸੈਟਅਪ ਕੀ ਹੈ, ਇਹ ਮਾਲੂਮਾਤ ਤੁਸੀਂ ਲੈ ਕੇ ਦੇਣੀ ਹੈ। ਤੇ ਐਸਐਸ ਸਾਹਿਬ ਨੂੰ ਤੁਹਾਨੂੰ ਮਿਲਵਾਉਂਦੇ ਆ, ਇਹਨਾਂ ਕੋਲ ਜ਼ਰਾ ਇਹਨਾਂ ਦਾ ਐਕਸਪੀਰੀਅੰਸ ਔਰ ਇਹਨਾਂ ਦਾ ਸਾਰਾ ਬਿਜ਼ਨਸ प्लान जो कुछ है कारण शेयर करना। अस्सलाम वालेकुम भाईजान। जी वालेकुम अस्सलाम साहब। ਕੀ ਹਾਲ ਹੈ ਜੀ? ਠੀਕ ਹੋ जी शुक्र मालिक की ज़ात दा जी। ਅੱਛਾ, ਪਹਿਲੇ ਦੇ ਆਪਣਾ ਇੰਟਰੋਡਕਸ਼ਨ ਕਰਵਾ ਦਿਓ। ਤੁਸੀਂ ਫਾਰਮਿੰਗ ਕਦੋਂ ਸਟਾਰਟ ਕੀਤੀ ਹੈ ਦੱਸ ਦਿਓ, ਔਰ ਕਿੰਨੇ ਜਾਨਵਰ ਨੇ ਇਹ ਦੱਸੋ। ਸਰ ਮੈਂ 2016 ਤੋਂ ਫਾਰਮਿੰਗ ਸਟਾਰਟ ਕੀਤੀ ਆ ਅੱਛਾ ਤੇ ਫਾਰਮਿੰਗ ਦੇ ਵਿੱਚ ਮੈਨੂੰ ਆਇਆ ਹੋਇਆ ਤਕਰੀਬਨ 8 ਸਾਲ ਹੋ ਗਏ ਆ। ਅੱਛਾ ਤੇ ਤਾਰਫ ਮੇਰਾ ਇਹ ਹੈ ਕਿ 253 ਜਹਾਂਗੀਰ ਮੇਰਾ ਪਿੰਡ ਵਾ ਜੀ ਜੀ ਸਮੁੰਦਰੀ ਰੋਡ ਫੈਸਲਾਬਾਦ ਦੇ ਉੱਪਰ ਜੀ ਜੀ ਤੇ ਬਹੁਤ ਲੰਬਾ ਅਰਸਾ ਤਾਂ ਨਹੀਂ ਹੋਇਆ ਮੈਨੂੰ ਫਾਰਮਿੰਗ ਕਰਦੇ ਨੂੰ, ਅੱਛਾ ਲੇਕਿਨ ਚੂੰਕਿ ਮੈਂ ਹੈ ਹੀ ਸ਼ੌਕੀਨ ਸੀ ਤੇ ਮੈਂ ਸ਼ੌਕੀਨੀ ਨੂੰ ਹੀ ਫੋਕਸ ਕੀਤਾ ਤੇ ਮਾਸ਼ਾਅੱਲਾ ਜੀ ਜੀ ਨਹੀਂ ਅੱਛਾ ਇਹਨੂੰ ਜਿੱਦਤ ਦੇ ਤਰੀਕੇ ਨਾਲ ਢਾਲਿਆ ਮੈਂ ਅੱਛਾ ਤੇ ਇਹਦੇ ਚ ਜਿਹੜੀਆਂ ਕਮੀਆਂ ਕੁਤਾਈਆਂ ਸੀ ਉਹਨਾਂ ਨੂੰ ਮੈਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਅਲਹਮਦੁਲਿਲਾ ਅੱਜ ਮੈਂ ਇਸ ਕਾਬਲ ਹੋ ਗਿਆ ਕਿ PDF ਆਨਲਾਈਨ ਦਾ ਜਿਹੜਾ ਮੇਲਾ ਹੋ ਰਿਹਾ ਜੀ ਜੀ ਉਹਦੇ ਚ ਮੈਂ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਰਿਹਾ। ਇਹ ਮੇਰੇ ਲਈ ਬੜੀ ਆਨਰ ਦੀ ਗੱਲ ਆ ਤੇ ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਸਾਨੂੰ ਇਹ ਪਲੇਟਫਾਰਮ ਦਿੱਤਾ। ਆਰਫ ਸਾਈ ਸਾਹਿਬ ਦਾ ਬੜਾ ਸ਼ੁਕਰੀਆ ਜੀ ਜੀ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਬਣਾਇਆ, ਸਾਨੂੰ ਸਾਡੇ ਘਰ ਫੈਸਿਲਿਟੀ ਦਿੱਤੀ। ਜੀ ਜੀ ਮੇਲਿਆਂ ਤੇ ਜਾ ਕੇ ਬੜੀਆਂ ਪ੍ਰੋਬਲਮਸ ਆਉਂਦੀਆਂ ਵਾ, ਜੀ ਜੀ ਤੁਸੀਂ ਜਾਂਦੇ ਹੋ ਤੁਹਾਡੇ ਐਕਸਪੈਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ, ਜੀ ਜੀ ਫਿਰ ਅਗਰ ਜਾਨਵਰ ਉੱਥੇ ਜਾ ਕੇ ਪਰਫਾਰਮ ਨਾ ਕਰੇ ਤੇ ਤੁਹਾਡਾ ਬਹੁਤ ਨਾ ਨੁਕਸਾਨ ਹੁੰਦਾ ਵਾ, ਫਿਰ ਤੁਹਾਡੀ ਡਿਸਾਰਡ ਵੀ ਹੁੰਦੇ ਹੋ। ਜੀ ਡਿਸਾਰਡ ਤੇ ਇਹ ਸਾਨੂੰ ਐਸਾ ਵਾ ਕਿ ਇਦਾਂ ਲੱਗਦਾ ਜਿੱਦਾਂ ਤੁਸੀਂ ਅੱਜ ਸਾਡੇ ਘਰ ਮਹਿਮਾਨ ਆਏ ਹੋ ਜੀ ਜੀ ਤੇ ਬਸ ਅਸੀਂ ਆਪਣੀਆਂ ਮੱਝਾਂ ਚਵਾਣੀਆਂ ਵਾ। ਉਹ ਅੱਗੇ ਵੀ ਚੋ ਰਹੇ ਸੀ ਰੂਟੀਨ ਨਾਲ ਜੀ ਜੀ ਤੇ ਅੱਜ ਸਿਰਫ ਸਾਨੂੰ ਇਹ ਦੱਸਣ ਦਾ ਮੌਕਾ ਮਿਲ ਰਿਹਾ ਵਾ ਕਿ ਅਸੀਂ ਕਿੰਨੀ ਕੁ ਅੱਛੀ ਬਰੀਡ ਬਣਾ ਲਈ ਆ ਤੇ ਕਿੰਨੀਆਂ ਉਹਦੇ ਚ ਕਮੀਆਂ ਕਤਾਈਆਂ ਵਾ। ਇਹ ਅਲਹਮਦੁਲਿਲਾ ਅਸੀਂ ਤੁਹਾਨੂੰ ਵਿਜ਼ਿਟ ਸਾਰਾ ਕਰਵਾ ਦਿੰਨੇ ਆ ਇਹਦਾ। ਜੀ ਜੀ ਅੱਛਾ ਕੁਰਬਾਨ ਭਾਈ, ਆਪਣਾ ਅਸਦ ਭਾਈ ਥੋੜਾ ਜਿਹਾ ਦੱਸਿਆ ਜੇ ਕਿ ਇੱਕ ਤੇ ਆਪਣਾ ਤੁਹਾਡੇ ਫਾਰਮ ਦਾ ਹਾਈਐਸਟ ਰਿਕਾਰਡ ਦੁੱਧ ਕਿੰਨਾ ਤੁਸੀਂ ਚੁਆਇਆ ਕਿਸੇ ਮੇਲੇ ਵਿੱਚ ਜਾਂ ਵੈਸੇ? ਸਰ ਮੈਂ 253 ਜਹਾਂਗੀਰ ਦਾ ਪਿਛਲਾ ਜਿਹੜਾ ਮੇਲਾ ਸੀਗਾ ਨਾ ਉਹਦੇ ਵਿੱਚ ਤੀਸਰੀ ਪੋਜੀਸ਼ਨ ਹਾਸਲ ਕੀਤੀ ਸੀ ਤੇ ਮੇਰੀ ਮੱਝ ਨੂੰ 1.5 ਕਿਲੋ ਕਾਟ ਲੱਗਣ ਦੀ ਬਾਵਜੂਦ ਮੈਂ ਉਹਨਾਂ ਨੇ ਉਹ ਰੱਖਿਆ ਸੀ ਜੰਪ ਸਿਸਟਮ ਜੀ ਜੀ ਤੇ 1.5 ਕਿਲੋ ਕਾਟ ਲੱਗ ਗਈ ਸੀ। ਮੱਝ ਨੇ ਸ਼ਾਮ ਨੂੰ ਕੱਚੀ ਚਵਾਈ ਚ ਥੋੜਾ ਕੀਤਾ, ਜੀ ਜੀ ਸਵੇਰੇ ਉਹ ਜੰਪ ਕਰ ਗਈ, ਉਹਨਾਂ ਨੇ ਉਹਨਾਂ ਕੱਟ ਦਿੱਤਾ ਤੇ ਉਹਦੇ ਬਾਵਜੂਦ ਮੈਨੂੰ ਤੀਸਰੀ ਪੋਜੀਸ਼ਨ ਮੇਰੇ ਗॉड ਗਿਫਟ ਜਾਨਵਰ ਨੇ ਹਾਸਲ ਕੀਤੀ ਸੀ। ਕਿਤਨੇ ਦੁੱਧ ਨਾਲ? ਉਹ 27 ਕਿਲੋ 300 ਗ੍ਰਾਮ ਤੇ ਉਹਨੇ ਤੀਸਰੀ ਪੋਜੀਸ਼ਨ ਲਈ ਸੀ। 1.5 ਕਿਲੋ ਅਗਰ ਕਾਟ ਪਾਓ ਤੇ ਉਹ 28 28.5 28.5 ਕੇਜੀ ਤਕਰੀਬਨ ਜੀ ਜੀ ਹਾਈਐਸਟ ਰਿਕਾਰਡ। ਹਾਂਜੀ ਅੱਛਾ, ਅਸੀਂ ਹੁਣ ਥੋੜਾ ਜਿਹਾ ਨਾ ਜਾਨਵਰਾਂ ਦੀ ਫੀਡਿੰਗ ਦੇ ਬਾਰੇ ਆਨਾ ਹੈ। ਇੱਕ ਤੇ ਦੱਸੋ ਕਿ ਤੁਹਾਡੀ ਕੋਲ ਜਾਨਵਰ ਇਸ ਟਾਈਮ ਕਿਤਨੇ ਨੇ ਟੋਟਲ? ਮੇਰੇ ਕੋਲ ਤਕਰੀਬਨ ਮਿਲਾ ਜਲਾ ਕੇ ਮਿਲਕਿੰਗ ਡਰਾਈ ਜੀ ਜੀ ਛੋਟੇ ਜੇ ਤਕਰੀਬਨ 110-15 ਦੀ ਕਾਊਂਟਿੰਗ ਹੋ ਜਾਂਦੀ ਹੈ। ਜੀ ਜੀ ਇਹ ਮਿਕਸ ਹੀ ਹੈ ਮੱਝਾਂ ਦਾ? ਮਿਕਸ ਗਾਂ ਤਕਰੀਬਨ ਮੱਝਾਂ ਜਿਹੜੀਆਂ ਵਾ ਜੀ ਜੀ ਕਿਉਂਕਿ ਮੈਨੂੰ ਸ਼ੌਕ ਮੱਝਾਂ ਦਾ ਵਾ, ਬਰੀਡਿੰਗ ਦਾ ਸ਼ੌਕ ਆ ਜੀ ਜੀ ਤੇ ਉਸ ਵਜ੍ਹਾ ਤੋਂ ਮੇਰੇ ਕੋਲ ਜ਼ਰਾ ਮੱਝਾਂ ਦਾ ਸਿਸਟਮ ਜ਼ਿਆਦਾ ਵਾ। ਜੀ ਜੀ ਗਾਂ ਮੈਂ ਤਕਰੀਬਨ ਮਿਲਕਿੰਗ ਵਾਸਤੇ ਰੱਖੀ ਆ ਮੇਰੇ ਕੋਲ 22 ਜੀ ਜੀ ਹਾਂ, ਬਾਕੀ ਸਭ ਮੇਰੇ ਕੋਲ ਬੈਫਲੋ ਬਰੀਡਰੀ ਆ। ਜੀ ਜੀ ਅਸਲ ਵਿੱਚ ਥੋੜਾ ਜਿਹਾ ਨਾ ਆਪਣੇ ਜਾਨਵਰਾਂ ਦੀ ਫੀਡਿੰਗ ਦੇ ਬਾਰੇ ਦੱਸੋ ਕਿ ਤੁਸੀਂ ਜਾਨਵਰਾਂ ਨੂੰ ਫੀਡਿੰਗ ਕੀ ਕਰਵਾ ਰਹੇ ਹੋ, ਕੀ ਕਰਵਾਉਣੀ ਚਾਹੀਦੀ? ਸਰ ਅਸੀਂ ਫੀਡਿੰਗ ਇਹਨਾਂ ਨੂੰ ਸਾਇਲੇਜ ਦਿੰਨੇ ਆ। ਜੀ ਜੀ ਬਰਸਨ ਦਾ ਚਾਰਾ ਅੱਜ ਕੱਲ ਬਹੁਤ ਅੱਛਾ ਵਾ, ਜੀ ਜੀ ਥੋੜੀ ਮਕਦਾਰ ਚ ਇਹਨਾਂ ਨੂੰ ਉਹ ਦਿੰਨੇ ਆ, ਅੱਛਾ ਨਾਲ ਥੋੜੀ ਮਕਦਾਰ ਚ ਤੂੜੀ ਤੇ ਵੰਡਾ ਅਸੀਂ ਆਪਣੇ ਤੇ ਇਨਸਾਰ ਕਰਦੇ ਆ, ਅਸੀਂ ਕਿਸੇ ਕੰਪਨੀ ਦਾ ਇਨਸਾਰ ਨਹੀਂ ਕਰਦੇ। ਅਸੀਂ ਖੁਦ ਉਹਨੂੰ ਸਾਰੀਆਂ ਉਹਦੇ ਇੰਡੀਗ੍ਰੇਂਟ ਜਿਹੜੇ ਉਹਦੇ ਅਜਜ਼ਾ ਵਾ ਉਹਨਾਂ ਨੂੰ ਸ਼ਾਮਲ ਕਰਕੇ ਇੱਕ ਅੱਛਾ ਵੰਡ ਆਪ ਬਣਾਈਦਾ ਵਾ। ਜਿਹੜੀ ਵਿਨਿੰਗ ਮੱਝ ਆਈ ਆ ਉਹਦੇ ਚ ਵੀ ਅਸੀਂ ਉਹੀ ਆਪਣੀ ਹੀ ਫੀਡ ਨੂੰ ਪ੍ਰੈਫਰੈਂਸ ਦਿੱਤੀ ਆ, ਖੁਦ ਹੀ ਤਿਆਰ ਕੀਤਾ ਸਭ ਕੁਝ ਤੇ ਮਾਸ਼ਾਅੱਲਾ ਰਿਸਪੌਂਸ ਅੱਛਾ ਦਿੱਤਾ ਜਾਨਵਰ ਨੇ। ਤੁਸੀਂ ਕਹਿ ਰਹੇ ਸੀ ਕਿ ਵੰਡਾ ਤੁਸੀਂ ਆਪਣਾ ਬਣਾਉਂਦੇ ਹੋ, ਹਾਂਜੀ। ਵੰਡੇ 'ਚ ਕੀ ਪਾਉਂਦੇ ਹੋ? ਵੰਡੇ ਦੇ ਇਨਗਰੀਡੀਐਂਟਸ ਜ਼ਰਾ ਦੱਸੋ। ਵੰਡੇ 'ਚ ਮੱਕੀ ਪਾਉਂਦੇ ਆ ਜੀ ਜੀ। ਇਹ ਮੇਰੇ ਜਿਹੜੇ 6 ਜਾਨਵਰ ਆ ਇਹ ਬਿਹਤਰੀਨ ਮਿਲਕਿੰਗ ਦੇ ਵਿੱਚ ਆ। ਇਹਨਾਂ ਦੀ ਮੇਰਾ ਖਿਆਲ ਆ ਕੋਈ 17 ਦੇ ਅਰਾਊਂਡ ਅਬਾਊਟ ਐਵਰੇਜ ਆ ਪਰ ਡੇ ਦੀ ਸਾਰੇ ਜਾਨਵਰਾਂ ਦੀ। ਇਹ ਮੈਂ ਇੱਕ ਸਾਈਡ ਤੇ ਕੀਤੇ ਆ। ਇਹਨਾਂ ਵਾਸਤੇ ਮੈਂ ਸੋਇਆਬੀਨ ਮੀਲ ਪਾਣਾ ਜੀ ਜੀ ਪਰ ਕੇਜੀ 1 ਕਿਲੋ ਦੇਣ ਦੀ 1 ਕਿਲੋ ਪਰ ਹੈਡ ਪਰ ਹੈਡ ਯਾਨੀ 6 ਕੇ ਜਾਨਵਰ ਆਏ 6 ਜਾਨਵਰਾਂ ਨੂੰ 6 ਕੇਜੀ ਮੈਂ ਸੋਇਆਬੀਨ ਪਾਣਾ ਵਾ। ਅੱਛਾ, ਬਾਕੀ ਇਹਨਾਂ ਵਾਲਾ ਵੰਡ ਪਾਣਾ
ਇਹਨਾਂ ਨੂੰ ਮੈਂ ਸਪੈਸ਼ਲ ਟ੍ਰੀਟ ਕਰਦਾ। ਇਹ ਸੋਇਆਬੀਨ ਤਾਂ ਬੜਾ ਮਹਿੰਗਾ ਹੈ, ਫਿਰ ਕਾਸਟ ਜਸਟੀਫਾਈ ਕਰ ਜਾਂਦੀਆਂ ਨੇ ਸਾਰੇ 17-18 ਲੀਟਰ ਐਵਰੇਜ ਕਰ ਰਹੀਆਂ ਵਾ। ਇਹ ਜਾਨਵਰ ਉਹੀ ਜਾਨਵਰ ਆ, ਮੇਰੇ ਹੀ ਜਾਨਵਰ ਵਾ। ਇਹ 10 ਲੀਟਰ 11 ਲੀਟਰ ਐਵਰੇਜ ਦੇ ਰਹੇ ਮੈਨੂੰ। ਮੈਂ ਇਹਨਾਂ ਦਾ ਖਿਆਲ ਨਾ ਰੱਖਾਂ, ਮੇਰਾ ਬਣਦਾ ਵਾ ਇਹਨਾਂ ਨੂੰ ਕੁਝ ਐਕਸਟਰਾ ਦੇਣਾ ਜਿਹਦੇ ਨਾਲ ਇਹ ਆਪਣਾ ਮੇਨਟੇਨ ਰੱਖਣ। ਹਾਂ, ਬਾਡੀ ਰਿਕੁਆਇਰਮੈਂਟ ਵੀ ਪੂਰੀ ਹੋਵੇ। ਸੋਇਆਬੀਨ ਮੀਲ ਜਦੋਂ ਸਸਤਾ ਸੀ ਉਦੋਂ ਸਾਨੂੰ ਐਜੂਕੇਸ਼ਨ ਹੀ ਨਹੀਂ ਸੀ। ਅੱਜ ਸੋਇਆਬੀਨ ਦਾ ਪਤਾ ਲੱਗਾ ਵਾ ਤੇ ਇਹ ਮਹਿੰਗਾ ਬੜਾ ਹੋ ਗਿਆ, ਲੇਕਿਨ ਫਿਰ ਵੀ ਅਫੋਰਡ ਕਰ ਰਹੇ ਆ ਜਾਨਵਰਾਂ ਦੀ। ਅੱਛਾ, ਮੱਕੀ ਪਾਉਂਦੇ ਹੋ, ਸੋਇਆਬੀਨ ਪਾਉਂਦੇ ਹੋ, ਹੋਰ ਕੀ? ਮੱਕੀ ਪਾਉਂਦੇ ਆ, ਸੋਇਆਬੀਨ ਪਾਉਂਦੇ ਆ। ਜੀ। ਗਵਾਰਾ ਮੀਲ ਆਂਦਾ ਇੱਕ, ਜੀ। ਉਹ ਬਹੁਤ ਕੌੜਾ ਹੁੰਦਾ। ਜਾਨਵਰ ਇੰਨੀ ਜਲਦੀ ਐਕਸੈਪਟ ਨਹੀਂ ਕਰਦਾ, ਲੇਕਿਨ ਮੈਂ 1% ਤੋਂ ਸ਼ੁਰੂ ਹੋ ਕੇ ਅੱਜ 5% ਦੇ ਉੱਪਰ ਖਲੋਤਾ। ਕਿਹੜਾ ਮੀਲ? ਗਵਾਰਾ ਮੀਲ। ਗਵਾਰਾ ਮੀਲ, ਗਵਾਰਾ ਫਸਲ ਹੈ। ਗਵਾਰੇ ਦੇ ਵਿੱਚ ਗਵਾਰੇ ਦਾ ਜਿਹੜਾ ਮੀਲ ਆ ਨਾ, ਉਹ ਅਸੀਂ ਉਹਨੂੰ ਮੈਂ ਪਾਣਾ ਜਾਣਾ। ਅੱਛਾ, ਮਕਈ ਹੋ ਗਈ, ਸੋਇਆਬੀਨ ਹੋ ਗਿਆ, ਗਵਾਰਾ ਮੀਲ ਹੋ ਗਿਆ, ਚੋਕਰ ਪਾਉਣੇ। ਫਿਰ ਜਨਾਬ ਮੇਰੀ ਚੋਕਰ ਦੇ ਵਿੱਚ ਮੂੰਗੀ ਦਾ ਕਰਾ, ਮਸਰ ਦਾ ਕਰਾ, ਇਹ ਥੋੜੇ ਐਡ ਕਰਦਾ, ਟੇਸਟ ਬਣ ਜਾਂਦਾ। ਜਾਨਵਰ ਗਵਾਰਾ ਨੂੰ ਭੁੱਲ ਜਾਂਦੇ। ਥੋੜੀ ਜੀ ਮਕਦਾਰ ਚ ਸੀਰਾ ਇਸਤੇਮਾਲ ਕਰਦਾ। ਅੱਛਾ, ਸ਼ੀਰਾ ਕਰਦੇ। ਸ਼ੀਰੇ ਨਾਲ ਜਾਨਵਰ ਨੂੰ ਮਿਠਾਸ ਲੱਗਦੀ ਆ, ਉਹ ਜਲਦੀ ਖਾ ਜਾਂਦਾ। ਵੰਡਾ ਜ਼ਿਆਦਾ ਜ਼ਿਆਦਾ। ਉਸ ਇਲਾਵਾ ਮਿਨਰਲ ਮਿਕਸਚਰ ਵਗੈਰਾ ਹਰ ਚੀਜ਼ ਪਾਣਾ। ਇਹ ਜਾਨਵਰ ਜਿਹੜੇ ਆ, ਜਾਂ ਮੇਰੇ ਜਿਹੜੇ ਹੁਣ ਤੁਹਾਡੇ PDFA ਦੇ ਪਲੇਟਫਾਰਮ ਤੇ ਗਏ ਆ ਜਾਨਵਰ, ਉਹਨਾਂ ਨੂੰ ਮੈਂ 90% ਫੈਟ, 84% ਫੈਟ, ਮਿਨਰਲ, ਜੀਸਟ, ਪਲੱਸ ਟੌਕਸਿਨ ਬਾਈਂਡਰ, ਹਰ ਚੀਜ਼ ਯੂਜ਼ ਕਰਦੇ ਆ ਜਿੰਨੀ ਡੋਜ਼ ਰეკਮੈਂਡ ਕਰਦੀ ਕੰਪਨੀ। ਜਿਹੜਾ ਅੱਛਾ ਜਾਨਵਰ ਪਰਫਾਰਮ ਕਰਦਾ ਉਹਨੂੰ ਅੱਛਾ ਰੱਖਣਾ ਚਾਹੀਦਾ। ਜਿਹੜਾ ਮਾੜਾ ਪਰਫਾਰਮ ਕਰਦਾ ਉਹਨੂੰ ਥੋੜਾ ਲੋ ਸਟੈਂਡਰਡ ਕਰ ਲੈਣਾ ਚਾਹੀਦਾ, ਤਾਂ ਕਿ ਫਾਰਮ ਦੇ ਖਰਚੇ ਮੇਨਟੇਨ ਹੋ ਜਾਣ। ਤੇ ਬਾਕੀ ਇਹ ਸਾਡੇ ਸਾਰੇ ਜਾਨਵਰ ਖੁੱਲੇ ਫਿਰਦੇ ਆ। ਇਹ ਸਾਡੇ ਫਾਰਮ ਦੇ ਵਿੱਚ ਰੀੜ ਦੀ ਹੱਡੀ ਦਾ ਕਿਰਦਾਰ ਅਦਾ ਕਰ ਰਹੇ ਆ। ਅੱਛਾ, ਕਿ ਜਿਹੜਾ ਜਾਨਵਰ ਖੁੱਲਾ ਰਹਿੰਦਾ, ਇਹਨਾਂ ਨੇ ਹੁਣ ਖੁਦ ਪਾਣੀ ਪੀਣਾ ਵਾ। ਸਾਡੇ ਜਿਹੜੇ ਮੁਲਾਜ਼ਮ ਆ ਉਹ ਰਿਲੈਕਸ ਕਰਦੇ ਆ, ਮੁਲਾਜ਼ਮ ਦੌੜਦੇ ਨਹੀਂ ਆ, ਉਹਨਾਂ ਨੂੰ ਅੱਛੀ ਪੇ ਦੇਈਦੀ ਆ, ਲੇਕਿਨ ਉਹਨਾਂ ਨੂੰ ਫੈਸਿਲਿਟੇਟ ਦੇਈਦਾ। ਉਹ ਜਾਨਵਰ ਹੁਣ ਸਾਡੇ ਪਾਣੀ ਪੀ ਰਹੇ ਆ। ਇਹ ਚਵਾਈ ਕਰਾ ਕੇ ਆਏ ਆ ਤੇ ਇਹਨਾਂ ਨੇ ਇੱਥੇ ਹੁਣ ਜਾਨਵਰਾਂ ਨੇ ਪਾਣੀ ਪੀ ਲੈਣਾ ਤੇ ਇਹਨਾਂ ਨੇ ਇੱਥੇ ਉਨੀ ਦੇਰ ਤੱਕ ਫਿਰਨਾ ਵਾ ਜਿੰਨੀ ਦੇਰ ਤੱਕ ਇਹਨਾਂ ਨੂੰ ਇੱਥੇ ਦਾ ਮਾਹੌਲ ਸਾਜ਼ਗਾਰ ਲੱਗਾ। ਇਹ ਅਸੀਂ ਇੱਥੇ ਇੱਕ ਸ਼ੈੱਡ ਬਣਾਇਆ ਵਾ ਤੇ ਸ਼ੈੱਡ ਦੇ ਵਿੱਚ ਅਸੀਂ ਜਾਨਵਰਾਂ ਨੂੰ ਚੋਈਦਾ ਵਾ। ਇਹ ਸਾਡਾ ਜਿਹੜਾ ਮਿਲਕਿੰਗ ਜਾਨਵਰ ਆ, ਇਹਨਾਂ ਦੋਵਾਂ ਪਾਰਟ ਵਿੱਚ ਰਹਿੰਦਾ। ਅੱਛਾ। ਗਰਮੀ ਨੂੰ ਅਸੀਂ ਦੁਪਹਿਰ ਨੂੰ ਉੱਥੇ ਬੰਨ ਲਈਦੀਆਂ, ਸਰਦੀ ਨੂੰ ਅਸੀਂ ਰਾਤ ਨੂੰ ਉੱਥੇ ਬੰਨ ਲਈਦੀਆਂ। ਇਹੀ ਇਹਦਾ ਆਲਟਰਨੇਟ ਉਲਟ ਹੋ ਗਿਆ ਕਿ ਜਦੋਂ ਅਸੀਂ ਗਰਮੀ ਹੁੰਦੀ ਆ ਰਾਤ ਇੱਥੇ ਓਪਨਲੀ ਛੱਡ ਲਈਦੀਆਂ ਤੇ ਸਰਦੀ ਚ ਅਸੀਂ ਇੱਥੇ ਦੁਪਹਿਰ। ਸਾਡਾ ਇਹ ਜਾਨਵਰਾਂ ਦਾ ਸਾਰਾ ਤਰੀਕਾਕਾਰ ਆ। ਇਹਨਾਂ ਦੀ ਬਿਲਕੁਲ ਟਾਈਮਿੰਗ ਆ। ਇਹਨਾਂ ਨੇ ਇੰਨੇ ਵਜੇ ਜਾਨਵਰਾਂ ਨੇ ਚਾਰਾ ਖਾਣਾ ਵਾ, ਇੰਨੇ ਵਜੇ ਇਹਨਾਂ ਨੇ ਮਿਲਕਿੰਗ ਕਰਾਣੀ ਆ। ਇਹਨਾਂ ਦਾ ਸਾਡਾ ਬਹੁਤ ਅੱਛਾ ਪ੍ਰੈਫਰੈਂਸ ਆ। ਸਾਡੇ ਮੁਲਾਜ਼ਮ ਵੀ ਖੁਸ਼ ਆ, ਮੈਂ ਖੁਦ ਵੀ ਐਜ਼ ਇਹ ਬਰੀਡਿੰਗ ਸਿਸਟਮ ਦੇ ਵਿੱਚ ਆਣ ਕੇ ਬਹੁਤ ਖੁਸ਼। ਜ਼ਬਰਦਸਤ ਹੋ ਗਿਆ। ਸ਼ਾਇਦ ਥੋੜਾ ਇਹਦਾ ਉਹ ਨਫਾ ਨਹੀਂ ਆ ਜਿਹੜਾ ਕਿ ਦੂਸਰੇ ਬਿਜ਼ਨਸਾਂ ਦਾ ਵਾ, ਲੇਕਿਨ ਇਹਦੇ 'ਚ ਬਹੁਤ ਅੱਛਾ ਫੀਡਬੈਕ ਆ। ਥੋੜੀ ਦੇਰ ਬਾਅਦ ਮੈਂ ਬਹੁਤ ਸ਼ਾਰਟਲੀ ਸਟਾਰਟ ਕੀਤਾ ਸੀਗਾ। ਅੱਛਾ, ਮੈਂ ਇਹ ਫਾਰਮ ਜਦੋਂ ਸੋਚਿਆ ਨਾ ਕਿ ਮੈਂ ਫਾਰਮਿੰਗ ਕਰਾਂ ਤੇ ਮੇਰੇ ਕੋਲ ਜਿੰਨੀ ਕੁ ਇਨਵੈਸਟਮੈਂਟ ਸੀਗੀ ਉਹਨੇ ਦੀ ਮੇਰੀ ਸਿਰਫ ਇਮਾਰਤ ਹੀ ਬਣ ਗਈ। ਅੱਛਾ, ਮੈਂ ਫਿਰ ਪਰੇਸ਼ਾਨ ਹੋ ਗਿਆ ਕਿ ਮੈਂ ਕਿਹਾ ਯਾਰ ਇਹ ਕੀ ਕੀਤਾ ਜਾਵੇ। ਫਿਰ ਮੈਂ ਜਿਹੜੀਆਂ ਨਾ ਮੰਡੀ ਦੇ ਵਿੱਚੋਂ ਆਰਫ ਵਾਲਾ ਮੰਡੀ, ਲਾਹੌਰ ਮੰਡੀ ਤੋਂ ਨਾ ਮੈਂ ਜਾਨਵਰ ਖਰੀਦੇ ਜਿਹੜੇ ਕਿ ਝੋਟੀਆਂ ਸੀ। ਅੱਛਾ, 24 ਝੋਟੀਆਂ ਮੈਂ ਖਰੀਦੀਆਂ। ਅੱਛਾ, ਇੱਕ ਮੈਂ ਬੁੱਲ ਲਿਆ। ਬੁੱਲ ਮੈਂ ਤਾਂਦਲਿਆਂ ਵਾਲੇ ਚੋਂ ਲਿਆ। 24 ਝੋਟੀਆਂ ਲੈ ਕੇ ਮੈਂ ਉਹਨਾਂ ਦੀ ਬਰੀਡਿੰਗ ਸ਼ੁਰੂ ਕਰਤੀ। ਉਹ ਮਾਸ਼ਾਅੱਲਾ 11 ਮਹੀਨੇ ਦੇ ਵਿੱਚ 24 ਜਾਨਵਰ ਪ੍ਰੈਗਨੈਂਟ ਹੋ ਕੇ ਮੇਰੇ ਕੋਲ 24 ਮੱਝਾਂ ਆ ਗਈਆਂ। ਅੱਛਾ, ਗਾਏ ਮੇਰੇ ਕੋਲ ਉਦੋਂ ਹੈ ਨਹੀਂ ਸੀ। ਗਾਏ ਫਿਰ ਮੈਂ ਬਾਅਦ ਦੇ ਵਿੱਚ ਪਰਚੇਜ਼ ਕੀਤੀਆਂ ਤੇ ਫਿਰ ਉਹਦੇ ਵਿੱਚ ਅਸੀਂ ਸਾਰਾ ਕੁਝ ਕੀਤਾ। ਵੀ ਤੁਸੀਂ ਸਾਇਲੇਜ ਯੂਜ਼ ਕਰ ਰਹੇ ਹੋ, ਠੀਕ ਹੈ ਨਾ? ਸਾਇਲੇਜ ਵਿੱਚ ਕੋਈ ਤੁਹਾਨੂੰ ਸਾੜੂ ਸੂੜੂ ਵਾਲਾ ਮਸਲਾ ਜਾਂ ਜਾਨਵਰਾਂ ਦੀ ਦੁੱਧ ਦੀ ਪੈਦਾਵਾਰ, ਮਤਲਬ ਆਖਿਆ ਜਾਂਦਾ ਹੈ ਕਿ ਮੱਝਾਂ ਦੇ ਵਿੱਚ ਸਾਇਲੇਜ ਜਿਹੜਾ ਉਹ ਇਤਨਾ ਕਾਬਲੇ ਕਬੂਲ ਨਹੀਂ, ਮਤਲਬ ਜਾਨਵਰ ਫੈਟੀ ਜ਼ਿਆਦਾ ਹੋ ਜਾਂਦਾ ਹੈ, ਦੁੱਧ ਦੀ ਮਿਕਦਾਰ ਹੁੰਦੀ ਥੋੜੀ ਘੱਟ ਹੋ ਜਾਂਦੀ। ਤੁਸੀਂ ਕੀ ਫੀਲ ਕੀਤਾ ਆਪਣੇ ਫਾਰਮ? ਇਹ ਸਰ ਮੈਂ ਤੇ ਆਪਣਾ ਐਕਸਪੀਰੀਅੰਸ ਬਿਆਨ ਇਹ ਕਰ ਸਕਦਾ ਵਾਂ ਕਿ ਫੈਟੀ ਹੋਣਾ ਵੀ ਜ਼ਰੂਰੀ ਆ ਜਾਨਵਰ ਦਾ। ਲਾਗਰ ਜਾਨਵਰ ਦੁੱਧ ਨਹੀਂ ਦੇ ਸਕਦਾ। ਤੁਸੀਂ ਅਗਰ ਉਹਦਾ ਫੀਡ ਪਲਾਨ ਪੂਰੇ ਅੱਛੇ ਤਰੀਕੇ ਨਾਲ ਰੱਖਣਾ ਵਾ ਤੇ ਤੁਹਾਨੂੰ ਸਾਈਲੇਜ ਦੇਣਾ ਪੈਣਾ ਜਾਨਵਰ। ਕਮ ਅਜ਼ ਕਮ ਮਿਲਕਿੰਗ ਜਾਨਵਰ ਨੂੰ ਬਹੁਤ ਮਿਕਦਾਰ ਚ ਨਾ ਦਿਓ, ਜਿੰਨਾ ਪ੍ਰੈਫਰੈਂਸ ਕਰਦੇ ਹੋ ਨਾ ਦਿਓ। ਲੇਕਿਨ ਇੱਕ ਚੀਜ਼ ਨੂੰ ਅਗਰ ਤੁਸੀਂ ਬੇਜਾ ਪਾਉਂਦੇ ਹੋ ਨਾ, ਖਾਓ ਵੰਡਾ ਹੀ ਆ, ਉਹ ਜਾਨਵਰ ਨੂੰ ਫੀਡ ਆਫ ਕਰ ਦਿੰਦਾ, ਨੁਕਸਾਨ ਕਰਦਾ। ਪ੍ਰੋਪਰ ਮਿਕਦਾਰ ਚ ਚਾਰਾ, ਪ੍ਰੋਪਰ ਮਿਕਦਾਰ ਚ ਤੂੜੀ, ਪ੍ਰੋਪਰ ਮਿਕਦਾਰ ਦੇ ਵਿੱਚ ਸੈਲੇਜ ਵੰਡਾ ਜਾਨਵਰ ਨੂੰ ਬਿਹਤਰੀਨ ਰੱਖਦਾ। ਪੂਰੀ ਸਰਦੀ ਦੇ ਵਿੱਚ
ਮੈਂ ਗਰੰਟੀ ਨਾ ਕਹਿ ਸਕਦਾ ਜੀ ਜੀ ਕਿ ਮੈਂ ਕਿਸੇ ਵੀ ਜਾਨਵਰ ਨੂੰ ਜੀ ਜੀ ਸਾੜੂ ਦਾ ਇੰਜੈਕਸ਼ਨ ਨਹੀਂ ਲਾਇਆ। ਅੱਛਾ, ਜ਼ਬਰਦਸਤ। ਸਾਡੇ ਹਾਂ ਨਾ ਸਭ ਤੋਂ ਪ੍ਰੋਬਲਮ ਇਹ ਆ ਕਿ ਜਾਨਵਰਾਂ ਦਾ ਮਾਹੌਲ ਜੀ ਜੀ ਇਸ ਟਾਈਮ ਸਰਦੀ ਦਾ ਟਾਈਮ ਆ। ਜੀ ਇਹ ਦੇਖੋ ਇਹ ਜਾਨਵਰਾਂ ਦਾ ਜਿਹੜਾ ਜੀ ਜੀ ਫਿਰਨ ਦਾ ਬਿਲਕੁਲ ਖੁਸ਼ਕ ਆ। ਜੀ ਜੀ ਜਿੱਥੇ ਵੀ ਜਾਨਵਰ ਗੋਬਰ ਕਰਦਾ, ਪਿਸ਼ਾਬ ਕਰਦਾ, ਗਿੱਲੀ ਜਗ੍ਹਾ ਹੋ ਜਾਂਦੀ ਆ। ਜੀ ਜੀ ਸਾਡੀਆਂ ਗਵਾਲਾਂ 'ਚ ਇਹੀ ਸਭ ਤੋਂ ਵੱਡੀਆਂ ਪਰੇਸ਼ਾਨੀਆਂ ਵਾ ਜੀ ਕਿ ਜਦੋਂ ਗਿੱਲੀਆਂ ਹੋ ਜਾਂਦੀਆਂ ਵਾ ਫਿਰ ਉਹ ਨਹੀਂ ਕਿੱਥੇ ਜਾਨਵਰ ਨੂੰ ਸਾੜੂ ਹੁੰਦਾ ਹੀ ਹੁੰਦਾ। ਹੂੰ ਪਿਛਲੀ ਦਫਾ ਗਾਈਆਂ ਦਾ ਸਾਨੂੰ ਪ੍ਰੋਬਲਮ ਬਣੀ ਸੀਗੀ ਜੀ ਜੀ ਗਰਮੀਆਂ ਦੇ ਵਿੱਚ। ਜੀ। ਅਸੀਂ ਇਹਨਾਂ ਨੂੰ ਸ਼ਾਵਰ ਸਿਸਟਮ ਪਹਿਲੀ ਵਾਰ ਅਪਲਾਈ ਕੀਤਾ ਜੀ ਜੀ ਤੇ ਗਾਈਆਂ ਨੇ ਸਾੜੂ ਬਹੁਤ ਕੀਤਾ। ਅੱਛਾ। ਫਿਰ ਡਾਕਟਰ ਸਾਹਿਬ ਨਾਲ ਮਸ਼ਵਰਾ ਕੀਤਾ। ਉਹਨਾਂ ਨੇ ਕਿਹਾ ਜੀ ਜਾਨਵਰ ਜਦੋਂ ਪਾਣੀ ਤੇ ਪਿਸ਼ਾਬ ਗੋਇਆ ਸਾਰਾ ਕੁਝ ਮਿਕਸ ਅਪ ਹੋ ਜਾਂਦਾ, ਜਾਨਵਰ ਜਦੋਂ ਉਹਦੇ ਉੱਪਰ ਬੈਠਦਾ ਵਾ ਜੀ ਜੀ ਤੇ ਸਾੜੂ ਹੁੰਦਾ। ਪੂਰੀ ਸਰਦੀ 'ਚ ਗਾਈ ਕਿਸੇ ਨੂੰ ਸਾੜੂ ਨਹੀਂ ਹੋਇਆ। ਜੀ 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 ਇੱਕ ਦੋ ਕੇਸ ਬਣਦੇ ਆ ਬਸ, ਬਾਕੀ ਨਹੀਂ ਕੋਈ ਵੀ। ਮਕਸਦ ਹੈ ਕਿ ਜਾਨਵਰਾਂ ਨੂੰ ਸਾੜੂ ਜਿਹੜਾ ਹੈ ਇਹ ਮਾਹੌਲ ਦੀ ਵਜ੍ਹਾ ਤੋਂ, ਗੰਦਗੀ ਦੀ ਵਜ੍ਹਾ ਤੋਂ, ਗੰਦਗੀ ਦੀ ਵਜ੍ਹਾ ਤੋਂ ਨਹੀਂ। ਹਾਂਜੀ, ਗੰਦਗੀ ਦੀ ਵਜ੍ਹਾ ਤੋਂ, ਨਾਕਸ ਖੁਰਾਕ ਦੀ ਵਜ੍ਹਾ ਤੋਂ। ਨਾਕਸ ਖੁਰਾਕ ਦੀ ਵਜ੍ਹਾ ਤੋਂ। ਅੱਛਾ, ਤੁਸੀਂ ਉਹਨੇ ਡੇਰੀ ਫਾਰਮਿੰਗ ਕਰ ਰਹੇ ਹੋ ਕਿਉਂਕਿ ਫਾਰਮਿੰਗ ਦੇ ਉੱਤੇ ਪਿਛਲੇ 1 ਸਾਲ ਤੋਂ ਕਾਫੀ ਸਵਾਲ ਆਇਆ। ਜੀ ਬਿਲਕੁਲ। ਕਾਫੀ ਫਾਰਮਰ ਜਿਹੜੇ ਨੇ ਉਹ ਇਸ ਰੇਸ ਦੇ ਵਿੱਚ ਆਊਟ ਵੀ ਹੋ ਗਏ। ਕਾਫੀ ਨਹੀਂ, ਮੋਸਟਲੀ। ਤੇ ਤੁਸੀਂ ਕੀ ਪਾਇਆ, ਤੁਹਾਡਾ ਫਾਰਮ ਜਿਹੜਾ ਇਸ ਟਾਈਮ ਕਿਸ ਕੰਡੀਸ਼ਨ ਵਿੱਚ ਹੈ? ਪ੍ਰੋਫਿਟ ਵਿੱਚ ਜਾ ਰਿਹਾ ਜਾਂ ਇਕੁਅਲ ਜਾ ਰਿਹਾ? ਨਹੀਂ, ਪ੍ਰੋਫਿਟ ਚ ਜਾ ਰਿਹਾ। ਤੇ ਕੀ ਸੁਜੈਸਟ ਕਰੋਗੇ ਉਹਨਾਂ ਦੋਸਤਾਂ ਵਾਸਤੇ ਕਿ ਜਿਹੜੇ ਇਹ ਸਮਝਦੇ ਨੇ ਕਿ ਯਾਰ ਸਾਡਾ ਫਾਰਮ ਜਿਹੜਾ ਹੈ ਉਹ ਤੇ ਲਾਸ 'ਚ ਜਾ ਰਿਹਾ ਹੈ? ਉਹਨਾਂ ਨੂੰ ਤੁਸੀਂ ਕੀ ਸਮਝੋਗੇ ਕਿਹੜੇ ਪੁਆਇੰਟਸ ਨੇ ਜਿਹੜੇ ਹਰ ਫਾਰਮਰ ਨੂੰ ਅਪਲਾਈ ਕਰਨੇ ਚਾਹੀਦੇ ਨੇ? ਫਾਰਮਰ ਨੂੰ ਐਜੂਕੇਟ ਹੋਣਾ ਚਾਹੀਦਾ। ਜੀ ਜੀ। ਫਾਰਮਰ ਨੂੰ ਆਪਣੀ ਫੀਲਡ ਨੂੰ ਸਮਝਣਾ ਚਾਹੀਦਾ। ਜੀ ਜੀ। ਅੱਛੀ ਨਸਲ ਤੇ ਕੰਮ ਕਰਨਾ ਚਾਹੀਦਾ। ਜੀ ਜੀ। ਅੱਛੀ ਫੀਡ ਤੇ ਕੰਮ ਕਰਨਾ ਚਾਹੀਦਾ। ਜੀ ਜੀ। ਅੱਛੇ ਮਾਹੌਲ ਤੇ। ਜੀ ਜੀ। ਅਗਰ ਕੋਈ ਫਾਰਮਰ 20 ਜਾਨਵਰਾਂ ਦੀ ਕਪੈਸਿਟੀ ਰੱਖਦਾ ਵਾ ਜੀ ਜੀ ਕਿ ਉਹ 20 ਜਾਨਵਰ ਉਹਦੇ ਹੋਣ ਜੀ ਜੀ ਕਿ ਉਹਦਾ ਰੋਜ਼ਗਾਰ ਅੱਛਾ ਚੱਲ ਜੇ, ਜੀ ਜੀ ਤੇ ਉਹਨੂੰ ਕਮ ਸੇ ਕਮ 15 ਰੱਖਣੇ ਚਾਹੀਦੇ। ਜੀ ਜੀ। 5 ਇਹ ਮੈਂ ਤੁਹਾਨੂੰ ਇਧਰਲੀ ਸਾਈਡ ਤੇ ਤੁਸੀਂ ਦੇਖੋ ਜ਼ਰਾ, ਜੀ 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 ਇਹ ਜਾਨਵਰਾਂ ਦਾ ਚਾਰਾ ਬਣਾਇਆ ਵਾ। ਜੀ ਜੀ। ਇਹ ਸਾਈਲੇਜ ਬਣਿਆ। ਜੀ ਜੀ। ਇਹ ਸਾਈਲੇਜ ਮੈਂ ਘਰੋਂ ਨਹੀਂ ਪੈਸੇ ਲਿਆਂਦੇ। ਅੱਛਾ। ਇਹ ਸਾਈਲੇਜ ਅਸੀਂ ਜਾਨਵਰਾਂ ਦੀ ਕਲਿੰਗ ਕੀਤੀ ਆ। ਅੱਛਾ। ਮੈਂ ਸਾਰਾ ਸਾਲ ਕੱਟੇ, ਵੱਛੇ, ਜੀ ਜੀ, ਜਿਹੜੇ ਕੋ ਮੇਰੇ ਜਾਨਵਰ ਐਸੇ ਸੀ ਜਿਹੜੇ ਮੇਰੇ ਨਹੀਂ ਸੀ ਕੈਟਾਗਰੀ ਚ ਆ ਰਹੇ, ਜੀ ਜੀ, ਉਹਨਾਂ ਜਾਨਵਰਾਂ ਨੂੰ ਮੈਂ ਸੇਲ ਕੀਤਾ। ਜੀ ਜੀ। ਉਹਦਾ ਆਲਟਰਨੇਟ ਮੈਂ ਵੱਡਾ ਬਣਾਇਆ। ਜੀ ਜੀ ਜੀ। ਹੁਣ ਮੈਨੂੰ ਇਹ ਇਹਦਾ ਮਿਲ ਰਿਹਾ ਬੈਕਅਪ ਕਿ ਮੇਰੇ ਜਾਨਵਰ ਦੁੱਧ ਸੇਲ ਹੋ ਰਿਹਾ, ਜੀ ਜੀ, ਜਾਨਵਰ ਪਰਫਾਰਮ ਕਰ ਰਹੇ ਆ, ਅੱਛਾ ਪਰਫਾਰਮ ਕਰ ਰਹੇ ਆ, ਜੀ ਜੀ, ਤੇ ਜਿਹੜੇ ਸਾਈਲੇਜ ਦੇ ਪੈਸੇ ਆ ਉਹ ਮੈਨੂੰ ਪਰ ਮੰਥ ਆਈ ਜਾਂਦੇ ਆ। ਮੇਰੀ ਇੱਕ ਪ੍ਰਾਪਰਟੀ ਬਣ ਗਈ। ਜੀ ਜੀ ਜੀ। ਮੈਂ ਅਗਰ ਹੁਣ ਮਹਾਨਾ 1 ਲੱਖ ਰੁਪਇਆ ਵੀ ਇਹਦਾ 2 ਲੱਖ ਰੁਪਇਆ ਜਿੰਨੇ ਦਾ ਮੇਰਾ ਸਾਈਲੇਜ ਲੱਗਦਾ ਉਹ ਮੈਂ ਸਾਈਡ ਤੇ ਕਰੀ ਜਾਵਾਂ ਨਾ, ਜੀ ਜੀ, ਤੇ ਮੈਂ ਨੈਕਸਟ ਈਅਰ ਵੀ ਇਨਸ਼ਾਅੱਲਾ ਸਾਈਲੇਜ ਬਣਾਉਣ ਦੇ ਕਾਬਲ ਰਹਿਣਾ। ਜੀ ਜੀ। ਸਾਡੇ ਦੋਸਤ ਇਸ ਤਰ੍ਹਾਂ ਕਰਦੇ ਆ ਕਿ ਜਿਹਦੇ ਕੋਲ 10 ਜਾਨਵਰ ਆ ਉਹ ਕਹਿੰਦਾ ਜਾਨਵਰ ਲੈ ਲਓ, ਹੋਰ ਜਾਨਵਰ ਲੈ ਲਓ, ਹੋਰ ਜਾਨਵਰ ਲੈ ਲਓ। ਉਹ ਇਸ ਦਲਦਲ 'ਚ ਫਸ ਜਾਂਦਾ ਵਾ, ਜਿਹਦੀ ਵਜ੍ਹਾ ਤੋਂ ਉਹਨੂੰ ਪ੍ਰੋਬਲਮ ਹੈ ਸਾਰੀ ਬਣ। ਜੀ ਜੀ। ਮਤਲਬ ਇਹ ਕਿ ਅਗਰ ਕਿਸੇ ਬੰਦੇ ਕੋਲ 20 ਜਾਨਵਰਾਂ ਦੀ ਗੁੰਜਾਇਸ਼ ਹੈ ਤਾਂ ਉਹਨੂੰ ਚਾਹੀਦਾ ਹੈ ਕਿ 15 ਪਾਵੇ ਔਰ 5 ਰੱਖੇ। ਮੈਂ ਤੁਹਾਨੂੰ ਦਿਖਾਲਦਾ, ਸ਼ਾਇਦ ਅਸੀਂ ਉਧਰ ਜਾਈਏ, ਮੇਰੇ ਉੱਥੇ ਸ਼ੈੱਡ ਬਣਿਆ ਵਾ। ਜਿਹੜੀ ਫਸਟ ਸਾਡੀ ਤੂੜੀ ਨਿਕਲੀ ਸੀ ਨਾ, ਜੀ ਜੀ, ਤੇ ਮੈਂ ਉਹ ਤੂੜੀ ਅੱਜ ਵੀ ਸਟਾਕ ਕੀਤੀ, ਦਿਖਾ ਸਕਦਾ। ਮੈਂ ਪੂਰਾ ਸਾਲ ਤੂੜੀ ਨਹੀਂ ਖਰੀਦੀ। ਸਾਈਲੇਜ ਇੱਕ ਦਫਾ ਸਟਾਕ ਕਰ ਲਿਆ, ਨਹੀਂ ਲੈਣਾ। ਮਹਾਨਾ ਜਿਹੜਾ ਵੰਡਾ ਲੈਣਾ ਵਾ ਉਹ ਐਡਵਾਂਸ ਪੈਸਿਆਂ ਦਾ ਲੈਣਾ, ਤਾਂ ਕਿ ਮੈਂ ਕਿਸੇ ਵੀ ਵਪਾਰੀ ਦੇ ਹੱਥੇ ਨਾ ਚੜਾ ਤੇ ਉਹ ਮੇਰੇ ਵਾਸਤੇ ਪ੍ਰੋਬਲਮ ਨਾ ਕ੍ਰੀਏਟ ਕਰੇ। ਤੇ ਕੀ ਲੱਗ ਰਿਹਾ ਤੁਹਾਨੂੰ ਫਾਰਮਰ ਗਲਤੀ ਕਿੱਥੇ ਕਰਦਾ ਹੈ? ਹਰ ਚੀਜ਼ ਨੂੰ ਜਦੋਂ ਉਹ ਮਿਕਸ ਅਪ ਕਰ ਦਿੰਦਾ। ਇਹ 3 ਸ਼ੈੱਡ ਆ, ਤਿੰਨਾਂ ਸ਼ੈੱਡਾਂ ਦੀਆਂ ਕੈਟਾਗਰੀਆਂ ਲੈਦਾ। ਜੀ ਜੀ। ਇਹ ਜਿਹੜੇ ਆ ਇਹ ਪ੍ਰੈਗਨੈਂਟ ਵੀ ਆ, ਮਿਲਕਿੰਗ ਥੋੜੀ ਕਰਾਉਂਦੇ ਆ। ਜੀ ਜੀ ਜੀ। ਇਹ ਪ੍ਰੈਗਨੈਂਟ ਨਹੀਂ ਆ ਲੇਕਿਨ ਮਿਲਕਿੰਗ ਥੋੜੀ ਕਰਾਉਂਦੇ ਆ। ਜੀ ਜੀ। ਇਹ ਮਿਲਕਿੰਗ ਵੀ ਜ਼ਿਆਦਾ ਵਾ, ਇਹ ਮੇਰੇ ਅੱਛੇ ਜਾਨਵਰ ਆ। ਜੀ ਜੀ। ਇਹਨਾਂ ਨੂੰ ਲੇਕਿਨ ਮੈਂ ਗਾਈ ਤੇ ਨਿਸਾਰ ਉਹਨਾਂ ਕੀ ਕਰਦਾ ਜਿੰਨੀ ਕਿ ਮੈਨੂੰ ਜ਼ਰੂਰਤ। ਉਸ ਤੋਂ ਜ਼ਿਆਦਾ ਮੈਂ ਸ਼ੌਕੀਨ ਹੈ ਮੱਝਾਂ ਦਾ। ਮੇਰਾ ਦਿਲ ਕਰਦਾ ਵਾ ਮੱਝ ਜਿੱਥੇ ਕਿਤੇ ਵੀ ਹੋਵੇ, ਜੀ ਜੀ, ਅੱਛੀ ਹੋਵੇ ਤੇ ਕੋਈ ਸੇਲ ਕਰਦਾ ਹੋਵੇ। ਅਗਰ ਕੋਈ ਨਾ ਸੇਲ ਕਰਦਾ ਹੋਵੇ ਤੇ ਫਿਰ ਮੇਰੀ ਉਹਦੇ ਨਾਲ ਜ਼ੋਰ ਕੋਈ ਨਹੀਂ। ਤੇ ਜੇ ਸੇਲ ਕਰਦਾ ਹੋਵੇ ਤੇ ਮੇਰੀ ਪਾਕਟ 'ਚ ਪੈਸੇ ਹੋਣ ਤੇ ਮੈਂ ਲੈ ਲੈਣਾ। ਗਾਏ ਅਗਰ ਰੱਖਣੀ ਆ ਤੇ ਉਹਦੀ ਨਸਲ ਤੇ ਕੰਮ ਕਰੋ, ਨੈਕਸਟ ਬਰੀਡਿੰਗ ਸਿਸਟਮ ਤੇ ਕੰਮ ਕਰੋ, ਅੱਛੀ ਨਸਲ ਦਾ ਝੋਟਾ ਰੱਖੋ। ਮੇਰੇ ਕੋਲ ਜਿੱਦਾਂ ਆਮ ਜ਼ੇਨ ਅੱਛਾ ਰੱਖੀਦਾ, ਪੂਰੇ ਪਿੰਡ ਵਾਸਤੇ ਉਹ ਅਵੇਲੇਬਲ ਆ। ਇਸ ਵਜ੍ਹਾ ਤੋਂ ਇਹਨਾਂ ਨੂੰ ਸੈਕਸ ਸਿਮਨ ਮੈਂ ਬੜਾ ਹੁਣ ਕੋਸ਼ਿਸ਼ ਕਰ ਰਿਹਾ ਕਿ ਸੈਕਸ ਸਿਮਨ ਸ਼ਾਇਦ ਕਨਸੀਵ ਕਰਨ। ਜਿਹੜੀਆਂ ਜਾਨਵਰ ਹੈ ਨਾ ਮੇਰੇ ਕ੍ਰਾਸ ਦੇ, ਉਹ ਸੈਕਸ ਸਿਮਨ ਬਹੁਤ ਅੱਛਾ ਕਨਸੀਵ ਕਰਦੇ ਆ। ਤੇ ਜਦੋਂ ਵੱਛੀਆਂ ਆਉਂਦੀਆਂ ਵਾ ਤੇ ਫਿਰ ਨੈਕਸਟ ਜਨਰੇਸ਼ਨ ਵੀ ਬਹੁਤ ਅੱਛੀ ਬਣੇਗੀ। ਬਹੁਤ ਜ਼ਬਰਦਸਤ। ਮੈਂ ਚਾਹਨਾ ਵਾ ਕਿ ਅਸੀਂ ਇੰਪੋਰਟਡ ਗਾਂ ਦੀ ਬਜਾਏ
ਅਸੀਂ ਆਪਣੀ ਨਸਲ ਨੂੰ ਇੰਪਰੂਵ ਕਰ ਲਈਏ। ਹਾਂ ਵਿਦੇਸ਼ੀ ਕਰੈਕਟਰ ਵੀ ਹੋਵੇ, ਉਹ ਹੀਟ ਰੈਜ਼ਿਸਟੈਂਟ ਵੀ ਹੋਵੇ, ਹਾਂਜੀ, ਸਾਡੇ ਮਾਹੌਲ ਨੂੰ ਉਹ ਸਰਵਾਈਵ ਵੀ ਕਰਦੀ ਹੋਵੇ, ਸਨਸ਼ਨ ਵਿੱਚ ਅੱਗੇ ਉਹਦੇ ਹਰ ਚੀਜ਼ ਕਰਨੀ। ਜਿਹੜੀ ਇੰਪੋਰਟਡ ਗਾਂ ਹੁੰਦੀ ਆ ਸਾਡੇ ਬਾਜ਼ਾਰ ਆਮ ਬਾਜ਼ਾਰ ਸੇਲ ਨਹੀਂ ਹੁੰਦੀ, ਉਹਦੀ ਵਜ੍ਹਾ ਉਹਦੇ ਥਣ ਛੋਟੇ ਹੁੰਦੇ ਆ ਜੀ ਜੀ, ਉਹਦੀ ਮਿਲਕਿੰਗ ਨਹੀਂ ਹੁੰਦੀ ਗਵਾਲਿਆਂ ਕੋਲ, ਜੀ ਜੀ, ਜਾਨਵਰ ਖਰਾਬ ਹੋ ਜਾਂਦਾ ਵਾ, ਹੀਟ ਸਟ੍ਰੈਸ ਲੈ ਜਾਂਦਾ ਵਾ। 10 ਲੱਖ ਦਾ ਵੀ ਜਾਨਵਰ ਲੈਓ, ਅਗਰ ਉਹਨੇ ਪਰਫਾਰਮ ਨਹੀਂ ਕਰਤਾ ਤੁਹਾਡੇ ਕੋਲ, ਤੁਹਾਡੇ ਤਾਂ ਇਨਵੈਸਟਮੈਂਟ ਸਾਰੀ ਜ਼ਾਇਆ ਹੋ ਗਈ। 3 ਲੱਖ ਦਾ ਵੀ ਨਹੀਂ ਸੇਲ। ਤੇ ਇਹ ਜਾਨਵਰ ਪਰਫਾਰਮ ਕਰ ਜਾਂਦੇ ਆ। ਇਹਨਾਂ ਦੇ ਚਾਰੇ ਦਾ ਖਿਆਲ ਰੱਖੋ, ਕੋਸ਼ਿਸ਼ ਕਰੋ ਥੋੜਾ ਜਿਹਾ ਆਪਣੀ ਚਾਦਰ ਨੂੰ ਕਲੋਜ਼ ਰੱਖੋ ਜੀ ਜੀ, ਤੇ ਬਿਹਤਰੀਨ ਅੰਦਾਜ਼ ਨਾਲ ਇਹਨੂੰ ਕਰੋ। ਇਹ ਬੜਾ ਅੱਛਾ ਜੇ। ਮੈਂ ਬੇਸਿਕਲੀ ਇਸ ਫੀਲਡ ਨਾਲ ਰਿਲੇਟਡ ਨਹੀਂ ਸੀ, ਮੈਂ ਆਇਆ ਵਾਂ ਤੇ ਇਹਨੂੰ ਸਲੋ ਸਟੈਡਲੀ ਚਲਾਇਆ 2016 ਤੋਂ ਅੱਜ 2024 ਦੇ ਵਿੱਚ ਅਸੀਂ ਖਲੋਤੇ ਆ ਜੀ ਜੀ। ਮੈਨੂੰ ਮਾਸ਼ਰਤੀ ਤੌਰ ਤੇ ਫੇਸ ਵੀ ਕਰਨਾ ਪਿਆ, ਜੀ ਜੀ, ਲੋ ਜੀ ਇਹ ਕੰਮ ਕੱਪੜੇ ਦਾ ਕਰਦੇ ਸੀ ਤੇ ਹੁਣ ਇਹਨਾਂ ਨੇ ਆਣ ਕੇ ਤੇ ਜਾਨਵਰ ਰੱਖ ਲਿਆ। ਜੀ ਜੀ, ਲੇਕਿਨ ਅਲਹਮਦੁਲਿਲਾ ਮੈਂ ਅੱਜ 8 ਸਾਲ ਬਾਅਦ ਇਹ ਕਹਿ ਸਕਦਾ ਕਿ ਮੈਂ 20-22 ਜਾਨਵਰ ਤੋਂ 100 ਕਿੰਨੇ ਜਾਨਵਰ ਤੇ ਖਲੋਤਾ। ਜੀ ਜੀ, ਇੱਕ ਕਾਮਯਾਬ ਉਹਦੀਆਂ ਦੋ ਸੂਰਤ ਹਾਲ ਆ। ਜੀ ਜੀ, ਤੂੜੀ ਮੇਰੀ ਸਟਾਕ ਆ, ਸਾਈਲੇਜ ਮੇਰਾ ਸਟਾਕ ਆ। ਜੀ ਜੀ, ਵੰਡਾ ਮੈਂ ਨਹੀਂ, ਮੈਨੂੰ ਘਰ ਮਿਲੇ ਨਾ ਮਿਲੇ ਪੈਸੇ, ਲੇਕਿਨ ਮੈਂ ਵੰਡੇ ਨੂੰ ਲੇਟ ਨਹੀਂ ਕਰਦਾ। ਧਾਰ ਵੰਡਾ ਨਹੀਂ ਮਾਰਕੀਟ ਚੋਂ ਲੈਂਦਾ, ਜੀ ਜੀ, ਸਿਫਾਰਿਸ਼ ਨਾਲ ਵੰਡਾ ਨਹੀਂ ਲੈਂਦਾ। ਜੀ ਜੀ, ਬਹੁਤ ਸਾਰੇ ਦੋਸਤ ਆਏ ਇੱਥੇ ਆਪਣਾ ਵੰਡਾ ਅਪਲਾਈ ਕਰਨ ਵਾਸਤੇ, ਮੈਂ ਉਹਨਾਂ ਨੂੰ ਰਿਫਿਊਜ਼ ਹੀ ਕੀਤਾ। ਜੀ ਜੀ, ਉਹਦੀ ਵਜ੍ਹਾ ਹੀ ਸਿਰਫ ਆ, ਮੈਨੂੰ ਆਪਣੇ ਜਾਨਵਰ ਦੀ ਸਿਹਤ ਤੋਂ ਅੱਛੀ ਕੋਈ ਚੀਜ਼ ਨਹੀਂ। ਜੀ ਜੀ, ਲਿਹਾਜ਼ਾ ਕੋਸ਼ਿਸ਼ ਕਰੋ ਕਿ ਇਹਨੂੰ ਫੈਲਾਓ। ਆਉਣ ਵਾਲਾ ਦੌਰ ਡੇਰੀ ਸੈਕਟਰ ਦਾ ਬਿਲਕੁਲ, ਇਹਦੇ ਚ ਕੋਈ ਡਾਊਟ ਨਹੀਂ ਹੈ। ਜੀ ਜੀ, ਸਾਡੀ ਜਿਸ ਤਰ੍ਹਾਂ ਪਾਪੂਲੇਸ਼ਨ ਦਾ ਸਿਸਟਮ ਆ ਚੱਲ ਰਿਹਾ, ਸਾਨੂੰ ਜ਼ਰੂਰਤ ਜ਼ਰੂਰਤ ਆ ਵਧ ਰਹੀ ਜਾਨਵਰ ਦੀ। ਸਾਰੇ ਲੋਕ ਸਾਫ ਸੁਥਰਾ ਕੰਮ ਕਰਨਾ ਚਾਹੁੰਦੇ ਆ। ਜੀ ਜੀ, ਮੈਂ ਇਸ ਟਾਈਮ ਤੁਹਾਡੇ ਪੋਜੀਸ਼ਨ ਮੇਰੀ ਸਾਹਮਣੇ ਆ, ਮੈਂ ਇਹਨੂੰ ਬਿਲਕੁਲ ਜ਼ੀਰੋ ਤੋਂ ਚਲਾ ਕੇ ਜੀ ਜੀ ਤੇ ਇਹਨੂੰ ਅੱਜ ਇਸ ਜਗ੍ਹਾ ਤੇ ਪਹੁੰਚਾ। ਮਾਸ਼ਾਅੱਲਾ 10 ਮੇਰੇ ਕੋਲ ਮੁਲਾਜ਼ਮ ਆ, ਜੀ ਜੀ, 100 ਤੋਂ ਪਲੱਸ ਮੇਰੇ ਕੋਲ ਜਾਨਵਰ ਵਾ। ਜੀ ਜੀ, ਬਹੁਤ ਅੱਛਾ ਇਹ ਫੀਡਬੈਕ ਦੇ ਰਿਹਾ। ਹੁਣ ਨੈਕਸਟ ਜਨਰੇਸ਼ਨ ਉੱਥੇ ਮੇਰੀ ਹੈਗੀ ਆ, ਇਹਨੇ ਵਿੱਚ ਫਿਰ ਰਹੀ ਆ ਜੀ ਜੀ, ਤੇ ਉਹ ਮਾਸ਼ਾਅੱਲਾ 15 ਤੋਂ 20 ਕੱਟੀਆਂ ਜਿਹੜੀਆਂ ਉਹ ਮੇਰੀਆਂ ਘਰ ਦੀਆਂ ਜੀ ਜੀ, ਤਿਆਰ ਹੋ ਗਈਆਂ। ਉਹ ਅੱਛੀਆਂ ਨਿਕਲਦੀਆਂ ਵਾ, ਜਿਹੜੀਆਂ ਅੱਛੀਆਂ ਨਿਕਲਣਗੀਆਂ ਮੈਂ ਨਹੀਂ ਸੇਲ ਕਰਨੀਆਂ। ਜੀ ਜੀ, ਜਿਹੜੀਆਂ ਕੋਈ ਥੋੜੀਆਂ ਜੀਆਂ ਲੂਜ਼ ਹੋਣਗੀਆਂ ਉਹ ਅਸੀਂ ਉਹਨਾਂ ਨੂੰ ਬਾਜ਼ਾਰ ਚ ਕਰਕੇ ਨੈਕਸਟ ਜਿਸ ਤਰ੍ਹਾਂ ਤੁਸੀਂ ਬਰੀਡਿੰਗ ਵਿੱਚ ਇੰਟਰਸਟ ਲੈ ਰਹੇ ਹੋ, ਫਿਰ ਤੇ ਅੱਲਾਹ ਖੈਰ ਕਰੇਗਾ, ਆਉਣ ਵਾਲੀ ਸਾਰੀ ਨਸਲ ਹੀ ਮੈਂ ਹੁਣ ਐਕਸਪੋ ਤੋਂ ਜਾ ਕੇ 3 ਲੱਖ ਰੁਪਏ ਦੇ ਸਿਮਨ ਲੈ ਕੇ ਆਇਆ। 3 ਦੋਸਤ ਅਸੀਂ ਰਲੇ। ਸਾਡੇ ਜੇ ਵੀ ਬੜੀ ਪ੍ਰੋਬਲਮ ਆ ਡੇਰੀ ਸੈਕਟਰ ਚ ਜੀ ਜੀ, ਕਿ ਅਸੀਂ ਇੱਕ ਦੂਸਰੇ ਦੇ ਨਾਲ ਮਿਲ ਕੇ ਮੁਸ਼ਤਰਕਾ ਕਾਵਸ਼ ਕੋਈ ਨਹੀਂ ਕਰਦਾ, ਕੋਆਪਰੇਟ ਨਹੀਂ ਕਰਨਾ, ਕੋਆਪਰੇਟ ਕਰਦੇ ਹੀ ਨਹੀਂ। ਜੇ ਉਹਦੇ ਕੋਲ ਆਂਦੇ ਆ ਤੇ ਉਹ ਖਾ ਜਾਂਦਾ, ਜੇ ਉਹਦੇ ਕੋਲ ਆਂਦੇ ਤੇ ਉਹ ਖਾ ਜਾਂਦਾ। ਅਗਰ ਮਿਆਰ ਦੇ ਨਾਲ ਦੋਸਤਾਂ ਦੇ ਨਾਲ ਚੱਲਿਆ ਜਾਵੇ ਨਾ ਤੇ ਬਹੁਤ ਸਾਰੇ ਫਾਇਦੇ ਹੁੰਦੇ। ਸਾਡੇ ਇੱਕ ਦੋਸਤ ਕੋਲ ਸਿਲੰਡਰ ਆ, ਜੀ ਜੀ, ਦੂਸਰੇ ਨੇ ਸਿਮਨ ਲੈਂਦੇ ਆ, ਜੀ ਜੀ, ਤੀਸਰੇ ਨੇ ਡਾਕਟਰ ਨੂੰ ਪੇ ਕਰ ਲਿਆ ਵਾ। ਜੀ ਜੀ, ਅਸੀਂ ਸਾਰੇ ਬੰਦੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਲੈ ਰਹੇ ਆ। 3-4 ਦੋਸਤ ਮਿਲੇ ਆ ਜੀ ਜੀ, ਤੇ ਸਾਨੂੰ ਇੱਕ ਦੂਸਰੇ ਦਾ ਬਹੁਤ ਅੱਛਾ ਫੀਡਬੈਕ ਆ। ਜੀ ਜੀ, ਜੀ ਅਸਦ ਭਾਈ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ, ਅਸਲਾਮ ਅਲੈਕੁਮ।